ਸਿੱਧੂ ਸਾਹਿਬ ਨੇ ਲਿਖਿਆ ਸੀ ਕਿ ਮਨ ਵਿੱਚ ਇੱਕ ਸੰਸ਼ੇ ਹੈ ਜੀ ਕਿ ਅਸੀਂ ਗੁਰੂਆਂ ਦੇ ਸਥਾਨਾਂ 'ਤੇ ਜਾਂਦੇ ਹਾਂ ਜਾਂ ਸ਼ਹੀਦ ਸਿੰਘਾਂ ਦੇ ਸਥਾਨਾਂ 'ਤੇ ਜਾ ਕੇ ਅਰਦਾਸ ਕਰਦੇ ਹਾਂ ਅਤੇ ਇਹੋ ਹੀ ਕਿਹਾ ਜਾਂਦਾ ਹੈ ਵੀ ਉਹ ਇੱਥੇ ਇਸ ਸਥਾਨ 'ਤੇ ਮੌਜੂਦ ਹਨ ਕਿ ਉਹ ਅਰਦਾਸ ਸੁਣਦੇ ਹਨ, ਉਹ ਮੌਜੂਦ ਹਨ। ਇਹ ਗੱਲ ਤਕਰੀਬਨ ਸਾਰੇ ਹੀ ਧਾਰਮਿਕ ਸਥਾਨਾਂ 'ਤੇ ਕੀਤੀ ਜਾਂਦੀ ਹੈ। ਜਿੰਨੇ ਵੀ ਧਾਰਮਿਕ ਸਥਾਨ ਹਨ, ਜਿੰਨਿਆਂ ਵੀ ਧਰਮਾਂ ਦੇ ਹਨ, ਉਹ ਭਾਵੇਂ ਈਸਾਈਆਂ ਦੇ ਹੋਣ, ਹਿੰਦੂਆਂ ਦੇ ਹੋਣ, ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਜਾਂ ਹੋਰ ਮਜ਼ਹਬਾਂ ਦੇ, ਬਹੁਤ ਹਨ। ਕਿਸੇ ਸਾਧੂ ਦਾ ਸਥਾਨ ਹੈ, ਕਿਸੇ ਮਹਾਤਮਾ ਦਾ ਹੈ, ਤਾਂ ਵੀ ਕਿਹਾ ਜਾਂਦਾ ਹੈ ਉਹ ਮੌਜੂਦ ਹਨ। ਕਿਸੇ ਪੀਰ ਦਾ ਹੈ, ਪੈਗੰਬਰ ਦਾ ਹੈ, ਗੁਰੂ ਦਾ ਹੈ, ਦੇਵੀ ਦੇਵਤੇ ਦਾ ਹੈ, ਕੋਈ ਵੀ ਸਥਾਨ ਹੈ, ਹਰ ਸਥਾਨ 'ਤੇ ਹੀ ਇਹੋ ਹੀ ਕਿਹਾ ਜਾਂਦਾ ਹੈ ਜਿਹਦਾ ਉਹ ਸਥਾਨ ਹੈ ਵੀ ਉਹ ਇੱਥੇ ਮੌਜੂਦ ਹਨ, ਹਾਜ਼ਰ ਨਾਜ਼ਰ ਹਨ। ਇਸੇ ਕਾਰਨ ਹੀ ਇਹ ਧਾਰਮਿਕ ਸਥਾਨਾਂ 'ਤੇ ਲੋਕ ਜਾਂਦੇ ਹਨ। ਜੇ ਐਸਾ ਨਾ ਕਿਹਾ ਜਾਵੇ ਵੀ ਉਹ ਹਾਜ਼ਰ ਨਾਜ਼ਰ ਨਹੀਂ ਹਨ, ਪਰਮਾਤਮਾ ਇੱਥੇ ਮੌਜੂਦ ਹੈ ਜੀ, ਫਿਰ ਕੌਣ ਜਾਂਦਾ ਹੈ? ਪਰਮਾਤਮਾ ਤਾਂ ਹਰ ਜਗ੍ਹਾ ਹੀ ਮੌਜੂਦ ਹੈ, ਫਿਰ ਉਸ ਸਥਾਨ 'ਤੇ ਜਾਣ ਦੀ ਕੀ ਲੋੜ ਹੈ? ਉਸ ਸਥਾਨ 'ਤੇ ਤਾਂ ਹੀ ਜਾ ਰਿਹਾ ਹੈ ਇਹਦੀ ਪੂਰੀ ਦ੍ਰਿੜਤਾ ਹੈ ਕਿ ਉਸ ਸਥਾਨ 'ਤੇ ਜਿਹਨੂੰ ਮੈਂ ਮੰਨਦਾ ਹਾਂ, ਗੁਰੂ ਨੂੰ, ਸ਼ਹੀਦ ਨੂੰ, ਸਾਧੂ ਨੂੰ, ਸੰਤ ਨੂੰ, ਮਹਾਤਮਾ ਨੂੰ, ਉਹ ਮੌਜੂਦ ਹਨ ਉੱਥੇ, ਤਾਂ ਹੀ ਜਾਂਦਾ ਹੈ ਨਾ ਆਦਮੀ। ਤਾਂ ਉਹਨਾਂ ਦੀ ਮੌਜੂਦਗੀ ਸਮਝ ਕੇ ਅਰਦਾਸ ਵੀ ਕਰਦਾ ਹੈ। ਫਿਰ ਅਰਦਾਸਾਂ ਪੂਰੀਆਂ ਵੀ ਹੁੰਦੀਆਂ ਹਨ। ਇਸੇ ਕਾਰਨ ਹੀ ਸਥਾਨ ਚੱਲਦੇ ਹਨ ਧਾਰਮਿਕ। ਪਰ ਇਹਨਾਂ ਧਾਰਮਿਕ ਸਥਾਨਾਂ ਤੋਂ, ਤੀਰਥਾਂ ਤੋਂ ਹਰ ਸਤਿਪੁਰਸ਼ ਨੇ ਵਿਵਰਜਿਤ ਕੀਤਾ ਹੈ, ਰੋਕਿਆ ਹੈ। ਭਾਵੇਂ ਉਹ ਗੌਤਮ ਬੁੱਧ ਹੋਣ, ਭਾਵੇਂ ਕਬੀਰ ਜੀ ਹਨ ਜਾਂ ਬਾਬਾ ਨਾਨਕ ਜੀ ਹਨ। ਉਹਨਾਂ ਨੇ ਕਿਹਾ ਹੈ 68 ਤੀਰਥ ਜਹ ਸਾਧ ਭਗਤ ਧਰੇ। ਭਾਵ ਕਿ ਸਾਰੇ ਹੀ ਤੀਰਥ ਸਥਾਨ ਉੱਥੇ ਹਨ ਜਿੱਥੇ ਪ੍ਰਭੂ ਦਾ ਪਿਆਰਾ ਮੌਜੂਦ ਹੈ। ਇਸੇ ਕਾਰਨ ਹੀ ਕਿਹਾ ਸੀ ਨਾ ਕਬੀਰ ਨੇ ਪੰਡਤਾਂ ਨੂੰ ਵੀ ਤੁਸੀਂ ਦੱਸੋ ਤੀਰਥ ਵੱਡਾ ਕਿ ਹਰ ਕਾ ਦਾਸ, ਵੀ ਹਰੀ ਦਾ ਦਾਸ ਵੱਡਾ ਕਿ ਤੀਰਥ ਵੱਡਾ ਹੈ? ਤੀਰਥ ਵੀ ਹਰੀ ਦੇ ਦਾਸ ਕਰਕੇ ਬਣੇ ਹਨ ਅਤੇ ਉਹ ਦਾਸ ਗੁਜ਼ਰ ਚੁੱਕੇ ਹਨ ਅਤੇ ਉਹਨਾਂ ਦੀ ਜਗ੍ਹਾ ਨੂੰ, ਉਹਨਾਂ ਦੇ ਸਥਾਨ ਨੂੰ ਤੁਸੀਂ ਪੂਜ ਰਹੇ ਹੋ। ਅਤੇ ਜਿਹੜਾ ਦਾਸ ਮੌਜੂਦ ਹੈ ਉਹਦੇ ਨਾਲ ਈਰਖਾ ਕਰਦੇ, ਨਫ਼ਰਤ ਕਰਦੇ, ਹੈ ਕਿ ਨਹੀਂ? ਬੇਸਮਝ ਲੋਕ ਬਾਅਦ ਵਿੱਚ ਤੀਰਥ ਬਣਾਉਂਦੇ ਹਨ ਅਤੇ ਜੀਂਦੇ ਜੀ ਜਿਹੜਾ ਜਾਗਰਤ ਪੁਰਸ਼ ਹੈ ਉਹ ਤੀਰਥਾਂ ਤੋਂ ਵੱਡਾ ਤੀਰਥ ਹੈ। ਵਾਸਤਵਿਕ ਦੇ ਵਿੱਚ ਉਹ ਹੀ ਤੀਰਥ ਹੈ। ਜਿਵੇਂ ਜੈਨੀਆਂ ਦੇ ਵਿੱਚ ਜਾਗਰਤ ਪੁਰਸ਼ ਨੂੰ ਤੀਰਥੰਕਰ ਕਿਹਾ ਗਿਆ ਹੈ। ਉਹਦਾ ਭਾਵ ਹੁੰਦਾ ਘਾਟ, ਇਸ ਕਿਨਾਰੇ ਤੋਂ ਉਸ ਕਿਨਾਰੇ ਲੈ ਜਾਣ ਵਾਲਾ ਮਲਾਹ। ਗੁਰੂ ਨੂੰ ਮਲਾਹ ਵੀ ਕਿਹਾ ਹੈ। ਅਤੇ ਜਦੋਂ ਮਲਾਹ ਹੁੰਦੇ ਹਨ ਉਦੋਂ ਤਾਂ ਆਪਣੇ ਜਹਾਜ਼ ਦੇ ਵਿੱਚ ਉਹ ਬਿਠਾ ਕੇ ਪਾਰ ਲੰਘਾਉਂਦੇ ਹਨ। ਬਾਅਦ ਦੇ ਵਿੱਚ ਉਸ ਘਾਟ ਦੀ ਹੀ ਪੂਜਾ ਹੁੰਦੀ ਹੈ, ਲੰਘਾਉਣ ਵਾਲਾ ਤਾਂ ਉੱਥੇ ਕੋਈ ਵੀ ਨਹੀਂ ਹੈ। ਫਿਰ ਘਾਟ 'ਤੇ ਲੋਕ ਇਸ਼ਨਾਨ ਕਰ ਆਉਂਦੇ ਹਨ, ਪਾਰ ਥੋੜ੍ਹੀ ਜਾਂਦੇ ਹਨ। ਅਤੇ ਪਾਰ ਜਾਣ ਵਾਸਤੇ ਜਾਂਦੇ ਵੀ ਨਹੀਂ ਹਨ ਧਾਰਮਿਕ ਸਥਾਨਾਂ 'ਤੇ ਗੁਰੂਆਂ ਕੋਲ, ਸਿਰਫ ਮੰਗਣ ਜਾਂਦੇ ਹਨ ਇਸ ਕਿਨਾਰੇ ਨੂੰ, ਝੂਠੇ ਕਿਨਾਰੇ ਦੇ ਪਦਾਰਥਾਂ ਨੂੰ। ਅਤੇ ਇਹਨਾਂ ਧਾਰਮਿਕ ਸਥਾਨਾਂ 'ਤੇ ਜਿੰਨੀਆਂ ਵੀ ਪ੍ਰਾਰਥਨਾਵਾਂ, ਅਰਦਾਸਾਂ, ਬੇਨਤੀਆਂ, ਅਰਜ਼ੋਈ ਜਾਂ ਦੁਆ ਹੋ ਰਹੀ ਹੈ ਨਾ,
ਉਹ ਝੂਠ ਨੂੰ ਮੰਗਣ ਵਾਲੇ ਹੀ ਕਰ ਰਹੇ ਹਨ। ਝੂਠਾ ਮੰਗਨ ਜੇ ਕੋ ਮੰਗੇ, ਤਿਸ ਕੋ ਮਰਤੇ ਘਰੀ ਨਾ ਲਾਗੇ। ਤੇ ਸੱਚ ਨੂੰ ਮੰਗਣ ਵਾਸਤੇ ਤੀਰਥਾਂ 'ਤੇ ਥੋੜ੍ਹੀ ਜਾਣਾ ਪੈਂਦਾ ਹੈ, ਤੀਰਥਾਂ 'ਤੇ ਸੱਚ ਥੋੜ੍ਹੀ ਹੈ ਮਿਲਦਾ। ਇਹ ਵੀ ਗੱਲ ਤੀਰਥਾਂ 'ਤੇ ਭਟਕ ਕੇ ਕਿਸੇ ਨੂੰ ਸਮਝ ਵਿੱਚ ਆਉਂਦੀ ਹੈ, ਜਿਵੇਂ ਗੁਰੂ ਅਮਰਦਾਸ ਜੀ ਨੂੰ ਸਮਝ ਵਿੱਚ ਆਈ ਸੀ। ਉਹ ਕਹਿੰਦੇ ਸਨ ਵੀ ਬਹੁਤ ਸਮਾਂ ਤਕਰੀਬਨ ਉਹ ਧਾਰਮਿਕ ਸਥਾਨਾਂ 'ਤੇ, ਤੀਰਥ ਸਥਾਨਾਂ 'ਤੇ ਇਸ਼ਨਾਨ ਕਰਨ ਜਾਂਦੇ ਰਹੇ। ਤਕਰੀਬਨ ਜਿਹਨੂੰ ਵੀ ਪ੍ਰਭੂ ਦੀ ਪਿਆਸ ਪੈਦਾ ਹੁੰਦੀ ਹੈ ਤੇ ਪਹਿਲੋ ਖਿਆਲ ਕਰਦਾ ਹੈ ਤੀਰਥਾਂ ਵੱਲ ਹੀ, ਜਿਵੇਂ ਬਾਬਾ ਲਹਿਣਾ ਦੇਵੀ ਜਾਂਦੇ ਰਹੇ। ਤੇ ਇਹੋ ਖਿਆਲ ਹੁੰਦਾ ਹੈ ਨਾ ਹਰ ਇੱਕ ਨੂੰ ਹੀ। ਤੇ ਜਿਹੜੇ ਤੀਰਥ 'ਤੇ ਜ਼ਿਆਦਾ ਦੁਨੀਆ ਜਾਂਦੀ ਹੋਵੇ, ਜ਼ਿਆਦਾ ਸ਼ਰਧਾ ਭਾਵਨਾ ਹੋਵੇ, ਤੇ ਉੱਥੇ ਆਦਮੀ ਜ਼ਰੂਰ ਜਾਂਦਾ ਹੈ ਵੀ ਸ਼ਾਇਦ ਉੱਥੇ ਮਿਲ ਜਾਵੇ। ਤਿਵੇਂ ਹੀ ਖਿਆਲ ਸੀ ਬਾਬੇ ਅਮਰਦਾਸ ਜੀ ਨੂੰ। ਪਰ ਤੀਰਥਾਂ 'ਤੇ ਭਟਕ ਕੇ ਜਾ ਕੇ ਦੇਖਿਆ ਉੱਥੇ ਵੀ ਉੱਥੇ ਪੰਡਤ ਤੇ ਬਹੁਤ ਹਨ, ਵਿਦਵਾਨ ਬਹੁਤ ਹਨ, ਬੜੀ ਸੁੰਦਰ ਕਥਾ ਕਰਦੇ ਹਨ, ਵਿਖਿਆਨ ਕਰਦੇ ਹਨ। ਬ੍ਰਹਮ ਦੀ ਚਰਚਾ ਹੁੰਦੀ ਹੈ, ਪਰ ਚਰਚਾ ਹੀ ਹੁੰਦੀ ਹੈ, ਬ੍ਰਹਮ ਨਹੀਂ ਹੈ। ਦਰਅਸਲ ਸੱਤ ਦਾ ਪਤਾ ਹੀ ਸਤਿਪੁਰਖ ਕੋ ਲੱਗਦਾ ਹੈ। ਬਾਕੀ ਤੇ ਸਾਰੇ ਹੀ ਸੱਤ ਦੀ ਚਰਚਾ ਕਰਦੇ ਹਨ, ਤੇ ਸੱਤ ਦੀ ਵਿਚਾਰ ਕਰਕੇ ਸੱਤ ਬਾਰੇ ਥੋੜ੍ਹੀ ਪਤਾ ਲੱਗਦਾ, ਨਾ ਹੀ ਸੋਚ ਕੇ ਪਤਾ ਲੱਗਦਾ, ਨਾ ਹੀ ਸਮਝ ਕੇ ਪਤਾ ਲੱਗਦਾ। ਜਿੱਡਾ ਵੱਡੀ ਮਰਜ਼ੀ ਸਮਝਦਾਰ ਹੋਵੇ, ਜਿਹਨੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਖੋਜਾਂ ਕੀਤੀਆਂ ਹੋਣ, ਉਹ ਵੀ ਸੱਤ ਨੂੰ ਨਹੀਂ ਸਮਝ ਸਕਦਾ ਬੁੱਧੀ ਦੁਆਰਾ। ਇਸੇ ਕਾਰਨ ਹੀ ਖੋਜੀ ਵਿਗਿਆਨਕ ਹਾਰ ਕੇ ਜਾਂਦੇ ਹਨ। ਇਵੇਂ ਹੀ ਸੱਤ ਦੇ ਖੋਜੀ ਬਾਬਾ ਅਮਰਦਾਸ ਜੀ ਜਦੋਂ ਬਹੁਤ ਸਮਾਂ ਤੀਰਥਾਂ 'ਤੇ ਖੋਜਦੇ ਰਹੇ, ਦੇਖਿਆ ਗੌਰ ਨਾਲ, ਬਹੁਤ ਸੁਣਿਆ ਵੀ ਹੋਵੇਗਾ ਵੀ ਬਹੁਤ ਸੁੰਦਰ ਅਰਥ ਕੀਤੇ ਜਾ ਰਹੇ ਹਨ ਉਪਨਿਸ਼ਦਾਂ ਦੇ, ਸ਼ਾਸਤਰਾਂ ਦੇ। ਬਹੁਤ ਸਮਝਾਇਆ ਜਾ ਰਿਹਾ ਹੈ ਸੱਤ ਬਾਰੇ, ਅਤੇ ਐਸਾ ਵੀ ਨਹੀਂ ਹੈ ਵੀ ਗਲਤ ਲਿਖਿਆ ਹੈ, ਪਰ ਸੱਤ ਮਿਲਿਆ ਨਹੀਂ ਹੈ ਕਿਸੇ ਨੂੰ ਵੀ, ਜਾਗਿਆ ਨਹੀਂ ਹੈ ਜੇ ਕੋਈ ਵੀ, ਅਤੇ ਜਾਗਿਆ ਹੀ ਜਗਾ ਸਕਦਾ ਹੈ। ਜਿਵੇਂ ਦੀਵੇ ਦੀ ਤਸਵੀਰ ਬਣਾਈ ਹੋਵੇ, ਤਾਂ ਦੂਸਰੇ ਦੀਵੇ ਨੂੰ ਜਗਾ ਥੋੜ੍ਹੀ ਸਕਦੀ ਹੈ ਤਸਵੀਰ। ਭਾਵੇਂ ਦੀਵਾ ਵੱਟੀ ਪਾ ਕੇ ਤੇਲ ਪਾ ਕੇ ਰੱਖ ਵੀ ਦਿਓ, ਦੀਵਾ ਜਗਦਾ ਹੋਵੇ ਤਾਂ ਹੀ ਦੂਸਰੇ ਦੀਵੇ ਨੂੰ ਜਗਾਇਆ ਜਾ ਸਕਦਾ ਹੈ। ਅਤੇ ਸ਼ਾਸਤਰ ਦੇ ਤਸਵੀਰ ਹਨ, ਉੱਥੋਂ ਵਿਚਾਰ ਮਿਲ ਸਕਦੀ ਹੈ, ਸੇਧ ਮਿਲ ਸਕਦੀ। ਅਤੇ ਉਹਨਾਂ ਨੂੰ ਇੱਕੋ ਹੀ ਸੇਧ ਮਿਲੀ ਵੀ ਗੁਰੂ ਤੋਂ ਬਗੈਰ ਮੁਕਤ ਨਹੀਂ ਹੋਇਆ ਜਾ ਸਕਦਾ ਹੈ। ਬਿਨ ਗੁਰ ਮੁਕਤ ਨਾ ਪਾਈਏ ਪਾਈ। ਫਿਰ ਉਹ ਆਏ ਹਨ ਗੁਰ ਚਰਨਾਂ ਦੇ ਵਿੱਚ, ਗੁਰੂ ਅੰਗਦ ਦੇਵ ਜੀ ਕੋਲ। ਫਿਰ ਕਹਿੰਦੇ ਹਨ ਵੀ ਉਮਰ 'ਚ ਵੱਡੇ ਸਨ ਗੁਰੂ ਅੰਗਦ ਦੇਵ ਜੀ ਨਾਲੋਂ ਗੁਰੂ ਅਮਰਦਾਸ ਜੀ, 20-25 ਸਾਲ, ਅਤੇ ਰਿਸ਼ਤੇ 'ਚ ਵੀ ਵੱਡੇ ਸਨ। ਤਾਂ ਵੀ ਆਣ ਕੇ ਉਹ ਚਰਨਾਂ 'ਤੇ ਟਹਿ ਪਏ ਹਨ ਅਤੇ ਸੇਵਾ ਦੀ ਦਾਤ ਮੰਗੀ ਹੈ। ਝੂਠ ਨਹੀਂ ਮੰਗਿਆ ਹੈ ਸੰਸਾਰ ਦੇ ਵਿੱਚ, ਮੈਨੂੰ ਆਹ ਚਾਹੀਦਾ, ਜੇ ਚਾਹੀਦਾ, ਉਹ ਚਾਹੀਦਾ। ਫਿਰ ਜਿਨ੍ਹਾਂ ਕੋਲ ਗਏ ਸਨ ਉਹਨਾਂ ਕੋਲ ਝੂਠ ਮਿਲਦਾ ਵੀ ਨਹੀਂ ਹੈ। ਗੁਰੂ ਕੋਈ ਝੂਠੇ ਪਦਾਰਥ ਥੋੜ੍ਹੀ ਦਿੰਦਾ ਹੈ ਆਪਣੇ ਸਿੱਖਾਂ ਨੂੰ। ਉਹ ਕੋਈ ਬਿਜ਼ਨਸਮੈਨ ਥੋੜ੍ਹੀ ਹੈ ਸਾਧੂ ਮਹਾਤਮਾ ਵਾਂਗੂ ਵੀ ਉਹਨੂੰ ਧਨ ਪਦਾਰਥ ਚਾਹੀਦੇ ਹਨ, ਵੀ ਉਹਨਾਂ ਦੀ ਖਾਤਰ ਉਹ ਉਹਨਾਂ ਨੂੰ ਦੇਈ ਜਾਂਦਾ ਹੈ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੀ ਜਾਂਦਾ। ਨਹੀਂ, ਉਹ ਝੂਠ ਤੋਂ ਛਡਾਉਂਦਾ ਹੈ। ਇਸੇ ਕਰਕੇ ਹੀ ਜਾਗਰਤ ਪੁਰਸ਼ ਕੋ ਸਤਿਪੁਰਖ ਕੋ ਵਿਰਲੇ ਹੀ ਆਉਂਦੇ ਹਨ। ਉਹ ਹੀ ਆਉਣਗੇ ਜਿਹੜੇ ਝੂਠ ਤੋਂ ਛੁੱਟਣਾ ਚਾਹੁੰਦੇ ਹਨ, ਸੰਸਾਰ ਤੋਂ ਮੁਕਤ ਹੋਣਾ ਚਾਹੁੰਦੇ ਹਨ। ਜਿਨ੍ਹਾਂ ਦੀ ਅਜੇ ਸੰਸਾਰ ਦੇ ਵਿੱਚ ਤ੍ਰਿਪਤੀ ਨਹੀਂ ਹੋਈ ਹੈ, ਉਹ ਹੀ ਭੁੱਖੇ ਹਨ, ਭਿਖਾਰੀ ਹਨ, ਅਤੇ ਭਿਖਾਰੀ ਹੀ ਤੀਰਥ ਸਥਾਨਾਂ 'ਤੇ ਜਾਂਦੇ ਹਨ।
ਰੱਜਿਆ ਹੋਇਆ ਤੀਰਥ ਸਥਾਨਾਂ 'ਤੇ ਥੋੜ੍ਹੀ ਜਾਵੇਗਾ, ਉਹ ਤਾਂ ਸਤਿਪੁਰਖ ਕੋ ਜਾਵੇਗਾ ਨਾ। ਅਤੇ ਰੱਜੇ ਹੋਏ ਜਿਹੜੇ ਹਨ ਨਾ ਸੰਸਾਰ ਤੋਂ ਤ੍ਰਿਪਤ ਹਨ, ਉਹ ਸਤਿਪੁਰਖ ਕੋ ਆਉਂਦੇ ਹਨ। ਹੁਣ ਦੇਖੋ ਤੁਸੀਂ ਵੀ ਬਾਬਾ ਅਮਰਦਾਸ ਜੀ ਜਦੋਂ ਆਏ ਹਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ, ਅਤੇ ਉਹਨਾਂ ਨੇ ਇਹ ਨਹੀਂ ਕਿਹਾ ਹੈ ਵੀ ਨਨਕਾਣਾ ਸਾਹਿਬ ਚਲੇ ਜਾ ਜਾਂ ਕਰਤਾਰਪੁਰ ਚਲੇ ਜਾ, ਉੱਥੇ ਗੁਰੂ ਨਾਨਕ ਦੇਵ ਜੀ ਹਾਜ਼ਰ ਨਾਜ਼ਰ ਹਨ ਅਤੇ ਉੱਥੇ ਜਾ ਕੇ ਅਰਦਾਸਾਂ ਕਰ। ਇਹ ਵੀ ਕਹਿ ਹੀ ਸਕਦੇ ਸਨ, ਪਰ ਉਹਨਾਂ ਨੇ ਨਹੀਂ ਕਿਹਾ। ਕਿਸੇ ਗੁਰੂ ਨੇ ਵੀ ਨਹੀਂ ਐਸਾ ਕਿਹਾ। ਕਿਸੇ ਤੀਰਥ ਸਥਾਨ ਨਾਲ ਥੋੜ੍ਹੀ ਜੋੜਿਆ ਹੈ ਪੁਰਾਣੇ ਨਾਲ। ਹੁਣ ਗੁਰੂ ਗੋਬਿੰਦ ਸਿੰਘ ਵੀ ਕਹਿ ਸਕਦੇ ਸਨ ਪੰਜਾਂ ਪਿਆਰਿਆਂ ਨੂੰ ਵੀ ਅੰਮ੍ਰਿਤਸਰ ਚਲੇ ਜਾਓ, ਉੱਥੇ ਗੁਰੂ ਮੌਜੂਦ ਹਨ। ਨਹੀਂ, ਉਹ ਤੀਰਥ 'ਤੇ ਨਹੀਂ ਭੇਜਦੇ ਹਨ। ਸਤਿਪੁਰਖ ਤੀਰਥ 'ਤੇ ਕਿਉਂ ਨਹੀਂ ਭੇਜਦੇ ਹਨ? ਐਸਾ ਨਹੀਂ ਹੈ ਵੀ ਤੀਰਥਾਂ 'ਤੇ ਬਿਲਕੁਲ ਹੀ ਅਸਤ ਹੈ, ਥੋੜ੍ਹਾ ਬਹੁਤਾ ਤਾਂ ਹੈ ਹੀ। ਸਤ ਦੀ ਵਿਚਾਰ ਚੱਲਦੀ ਹੈ, ਕੋਈ ਕੀਰਤਨ ਕਰਦਾ ਹੈ, ਕੋਈ ਭਜਨ ਪੜ੍ਹਦਾ ਹੈ, ਕੋਈ ਪ੍ਰਾਰਥਨਾ ਕਰਦਾ, ਕੋਈ ਨਮਾਜ਼ ਪੜ੍ਹਦਾ ਹੈ, ਫਿਰ ਵੀ ਮੁਕਤ ਨਹੀਂ ਹੁੰਦੇ ਹਨ ਤੀਰਥਾਂ 'ਤੇ ਜਾ ਕੇ, ਕਿਉਂਕਿ ਮਨ ਮਿਟਦਾ ਨਹੀਂ ਹੈ, ਕਿਉਂਕਿ ਸਾਹਮਣੇ ਕੋਈ ਮਿਟਾਉਣ ਵਾਲਾ ਨਹੀਂ ਹੈ, ਇੱਕ ਤਰਫਾ ਭਾਵਨਾ ਹੈ। ਹੁਣ ਜਿਹੜਾ ਤੀਰਥ 'ਤੇ ਜਾ ਰਿਹਾ ਹੈ, ਜਿਵੇਂ ਤੁਸੀਂ ਕਹਿੰਦੇ ਹੋ ਵੀ ਉੱਥੇ ਹਾਜ਼ਰ ਨਾਜ਼ਰ ਸਮਝ ਕੇ ਕੋਈ ਅਰਦਾਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਅਤੇ ਜ਼ਿਆਦਾਤਰ ਲੋਕ ਤਾਂ ਸੰਸਾਰਿਕ ਪਦਾਰਥ ਮੰਗਣ ਵਾਲੇ, ਝੂਠ ਮੰਗਣ ਵਾਲੇ ਹਨ। ਉਹਨਾਂ ਨੂੰ ਵੀ ਵਿਵਰਜਿਤ ਨਹੀਂ ਕੀਤਾ ਜਾਂਦਾ ਹੈ ਧਾਰਮਿਕ ਸਥਾਨਾਂ 'ਤੇ ਵੀ ਇਹ ਨਾ ਮੰਗੋ, ਬੇਵਕੂਫੀ ਹੈ, ਮੂਰਖਤਾ ਹੈ। ਸਿੱਖ ਵੀ ਨਹੀਂ ਐਸਾ ਕਹਿੰਦੇ ਹਨ, ਵੱਡੇ ਵੱਡੇ ਵਿਦਵਾਨ ਹਨ, ਪ੍ਰਚਾਰਕ, ਵੀ ਤੁਸੀਂ ਝੂਠ ਦੀਆਂ ਅਰਦਾਸਾਂ ਨਾ ਕਰੋ, ਝੂਠੇ ਪਦਾਰਥਾਂ ਦੀਆਂ। ਸਭ ਧਾਰਮਿਕ ਸਥਾਨਾਂ 'ਤੇ ਝੂਠੇ ਪਦਾਰਥਾਂ ਦੀਆਂ ਅਰਦਾਸਾਂ ਹੋ ਰਹੀਆਂ ਹਨ, ਨਾਲੇ ਬਾਣੀ ਵੀ ਪੜ੍ਹਦੇ ਹਨ। ਹਰ ਸਿਉ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸੱਚ ਭਾਖੇ ਰਵਿਦਾਸ। ਵੀ ਉਹ ਦੋਜਕ ਨਰਕਾਂ ਨੂੰ ਜਾਣਗੇ ਜਿਹੜੇ ਪ੍ਰਮਾਤਮਾ ਤੋਂ ਸਿਵਾ ਹੋਰ ਕੁਛ ਵੀ ਚਾਹੁੰਦੇ ਹਨ, ਇੱਛਾ ਕਰਦੇ ਹਨ। ਹੁਣ ਜਿਹੜੀਆਂ ਅਰਦਾਸਾਂ ਹੋ ਰਹੀਆਂ ਹਨ ਉਹ ਦੋਜਕ ਨੂੰ ਜਾਣ ਵਾਸਤੇ ਹੋ ਰਹੀਆਂ ਹਨ। ਇਹਨਾਂ ਨੂੰ ਪੁੱਛੇ ਧਾਰਮਿਕ ਸਥਾਨਾਂ ਤੋਂ ਗੁਰੂ ਦੇ ਸਾਹਮਣੇ ਇੱਕ ਸਨਮੁਖ ਖੜ੍ਹੇ ਹੋ ਕੇ ਅਰਦਾਸਾਂ ਕਰ ਰਹੇ ਹਨ, ਹੈ ਕਿ ਨਹੀਂ ਮੂੜਤ? ਪਰ ਉੱਥੇ ਰੋਕਣ ਵਾਲਾ ਕੋਈ ਨਹੀਂ। ਸਤਿਪੁਰਖ ਦੇ ਸਾਹਮਣੇ ਕਰੋਗੇ ਤਾਂ ਰੋਕੇਗਾ ਕਿ ਇਹ ਕੀ ਬੇਵਕੂਫੀ ਹੈ, ਮੈਂ ਕੋਈ ਝੂਠੇ ਪਦਾਰਥ ਥੋੜ੍ਹੀ ਦੇ ਰਿਹਾ। ਝੂਠੇ ਪਦਾਰਥਾਂ ਕਰਕੇ ਤੁਸੀਂ ਫਸੇ ਹੋਏ ਹੋ, ਅਤੇ ਪਦਾਰਥ ਹੋਰ ਮਿਲ ਜਾਣਗੇ ਅਤੇ ਹੋਰ ਫਸ ਜਾਓਗੇ, ਨਰਕ ਦੇ ਵਿੱਚ ਜਾਓਗੇ। ਮੈਂ ਨਰਕਾਂ 'ਚ ਭੇਜਣ ਨੂੰ ਤਿਆਰ ਥੋੜ੍ਹੀ ਹਾਂ ਤੁਹਾਨੂੰ, ਮੈਂ ਤਾਂ ਨਰਕਾਂ 'ਚੋਂ ਕੱਢਣ ਵਾਸਤੇ। ਇਵੇਂ ਹੀ ਮੂਰਤੀਆਂ ਦੇ ਸਾਹਮਣੇ ਅਰਦਾਸਾਂ ਹੁੰਦੀਆਂ, ਇਵੇਂ ਹੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਦੇ, ਕਿਉਂਕਿ ਉੱਥੇ ਰੋਕਣ ਵਾਲਾ ਨਹੀਂ ਨਾ ਹੈ ਕੋਈ ਸਾਹਮਣੇ। ਫਿਰ ਐਸਾ ਨਹੀਂ ਹੈ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ, ਅਰਦਾਸਾਂ ਪੂਰੀਆਂ ਵੀ ਹੁੰਦੀਆਂ ਹਨ, ਕਿਉਂਕਿ ਅਰਦਾਸ ਭਾਵਨਾ ਨਾਲ ਪੂਰੀ ਹੁੰਦੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਵੀ ਅਰਦਾਸ ਕਰਨ ਵਾਲਾ ਮਹੱਤਵਪੂਰਨ ਹੁੰਦਾ ਹੈ, ਨਾ ਕਿ ਜੋ ਸਾਹਮਣੇ ਹੈ, ਜਿਹਦੇ ਸਾਹਮਣੇ ਕੀਤੀ ਜਾ ਰਹੀ ਹੈ ਉਹ ਤਾਂ ਸਿਰਫ ਸਹਾਰਾ ਹੀ ਹੁੰਦਾ ਹੈ। ਅਤੇ ਸਾਹਮਣੇ ਕੋਈ ਵੀ ਨਾ ਹੋਵੇ, ਜਿਵੇਂ ਹੁਣ ਮੁਸਲਮਾਨ ਕਰਦੇ ਹਨ, ਦੁਆ ਨਮਾਜ਼ ਪੜ੍ਹਦੇ ਹਨ, ਅਤੇ ਕਿਸੇ ਆਕਾਰ ਸਾਹਮਣੇ ਥੋੜ੍ਹੀ ਪੜ੍ਹ ਰਹੇ ਹਨ, ਸਿਰਫ ਭਾਵ ਹੈ ਉਹਨਾਂ ਦਾ ਵੀ ਸਾਡੇ ਪੈਗੰਬਰ ਸੁਣ ਰਹੇ ਹਨ। ਇਵੇਂ ਹੀ ਹਰ ਇੱਕ ਦਾ ਭਾਵ ਹੈ, ਅਤੇ ਜਿੱਥੇ ਭਾਵਨਾ ਜ਼ਿਆਦਾ ਹੁੰਦੀ ਹੈ, ਜਿੱਥੇ ਲੋਕ ਜ਼ਿਆਦਾ ਜਾਂਦੇ ਹੋਣ ਤਾਦਾਦ ਦੇ ਵਿੱਚ, ਉੱਥੇ ਲੋਕਾਂ ਦੀ ਜ਼ਿਆਦਾ ਭਾਵਨਾ ਹੁੰਦੀ ਹੈ, ਅਤੇ ਉੱਥੇ ਅਰਦਾਸਾਂ ਅਕਸਰ ਲੋਕਾਂ ਦੀਆਂ ਜ਼ਿਆਦਾ ਪੂਰੀਆਂ ਹੁੰਦੀਆਂ ਹਨ, ਅਤੇ ਹੋਰ ਜ਼ਿਆਦਾ ਭਾਵਨਾ ਲੋਕਾਂ ਦੀ ਬਣਦੀ ਰਹਿੰਦੀ ਹੈ। ਇਸ ਕਰਕੇ ਤਕਰੀਬਨ ਸਾਰੇ ਸਥਾਨਾਂ 'ਤੇ ਹੀ ਹੁੰਦੀਆਂ ਹਨ ਅਰਦਾਸਾਂ ਪੂਰੀਆਂ, ਭਾਵੇਂ ਉਹ ਪੀਰ ਦੀ ਦਰਗਾਹ ਹੋਵੇ, ਕੋਈ ਮਕਬਰਾ ਹੋਵੇ, ਸ਼ਹੀਦਾਂ ਦਾ ਅੰਗੀਠਾ ਜਾਂ ਕੋਈ ਕਬਰ ਹੋਵੇ, ਕੁਛ ਵੀ ਹੋਵੇ, ਦੇਵੀ ਦੇਵਤਿਆਂ ਦੇ ਸਥਾਨਾਂ 'ਤੇ ਵੀ ਪੂਰੀਆਂ ਹੁੰਦੀਆਂ, ਤਦੇ ਤਾਂ ਲੋਕ ਜਾਂਦੇ ਹਨ। ਅਤੇ ਅਰਦਾਸ ਭਾਵਨਾ ਨਾਲ ਪੂਰੀ ਹੁੰਦੀ ਹੈ। ਅਤੇ ਸਤਿਗੁਰੂ ਜਾਂ ਮੁਕਤ ਪੁਰਸ਼ ਇੱਕ ਜਗ੍ਹਾ 'ਤੇ ਮੌਜੂਦ ਨਹੀਂ ਹੁੰਦੇ ਹਨ। ਜਿਹੜਾ ਮੁਕਤ ਹੋ ਗਿਆ ਉਹ ਪਰਮਾਤਮਾ ਜਿਹਾ ਹੋ ਗਿਆ, ਜਿਵੇਂ ਬੂੰਦ
ਸਾਗਰ ਵਿੱਚ ਸਮਾ ਗਈ ਤੇ ਸਾਗਰ ਜਿੱਥੇ ਜਿੱਥੇ ਹੈ ਉੱਥੇ ਹੀ ਹੈ ਨਾ, ਬੂੰਦ ਵੀ ਵਿੱਚ ਮਿਕਸ ਹੋਊਗੀ। ਇੱਦਾਂ ਹੀ ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹਿ, ਜਲ ਤੇ ਉਪਜ ਤਰੰਗਿਓ, ਜਲ ਹੀ ਬਿਖੇ ਸਮਾਏ। ਤੋ ਕਿਸੇ ਸਥਾਨ 'ਤੇ ਖਾਸ ਮੌਜੂਦ ਨਹੀਂ ਹੁੰਦੇ ਹਨ, ਪਰ ਸਥਾਨਾਂ 'ਤੇ ਭਾਵਨਾ ਨਾਲ ਅਰਦਾਸਾਂ ਪੂਰੀਆਂ ਹੁੰਦੀਆਂ ਹਨ। ਅਤੇ ਜੋ ਮੰਗੋ ਝੂਠ ਮੰਗੀ ਜਾਓ, ਝੂਠ ਮਿਲੀ ਜਾਂਦਾ ਹੈ। ਅਤੇ ਝੂਠ ਮੰਗਣ ਵਾਲੇ ਹੀ ਤੀਰਥ ਸਥਾਨਾਂ 'ਤੇ ਜ਼ਿਆਦਾ ਜਾਂਦੇ ਹਨ। ਅਤੇ ਜਿਹਦੀ ਝੂਠ ਦੀ ਮੰਗ ਨਹੀਂ ਨਾ ਹੁੰਦੀ ਹੈ, ਉਹ ਫਿਰ ਸਤਿਪੁਰਖ ਨੂੰ ਖੋਜਦਾ ਹੈ ਝੂਠ ਤੋਂ ਛੁਟਕਾਰੇ ਵਾਸਤੇ। ਅਤੇ ਉਹ ਕੋਈ ਵਿਰਲਾ ਹੁੰਦਾ ਹੈ ਖੋਜੀ, ਗੁਰੂ ਅਮਰਦਾਸ ਜੀ ਵਰਗਾ, ਬਾਬੇ ਲਹਿਣੇ ਜੀ ਵਰਗਾ। ਬਾਕੀ ਤਾਂ ਜ਼ਿਆਦਾਤਰ ਤੀਰਥਾਂ 'ਤੇ ਭਟਕ ਰਹੇ ਹਨ ਲੋਕ। ਕਈ ਕਹਿੰਦੇ ਵੀ ਹਨ ਧਾਰਮਿਕ ਲੋਕ, ਅਸੀਂ ਝੂਠੀਆਂ ਮੰਗਾਂ ਨਹੀਂ ਮੰਗਦੇ ਹਾਂ, ਅਸੀਂ ਮੰਗਦੇ ਹਾਂ, ਅਰਦਾਸ ਕਰਦੇ ਹਾਂ ਗੁਰਸਿੱਖੀ ਜੀਵਨ, ਨਾਮਦਾਨ ਜਾਂ ਮੁਕਤੀ ਦੀ ਦਾਤ, ਜਾਂ ਕਈ ਪ੍ਰਮਾਤਮਾ ਨੂੰ ਵੀ ਮੰਗਦੇ ਹਨ। ਪਰ ਇਹਦੇ ਪਿੱਛੇ ਸਭ ਹੀ ਸੁੱਖ ਦੀ ਹੀ ਵਾਸ਼ਨਾ ਹੈ। ਭਾਵ ਕਿ ਸੰਸਾਰ ਵਿੱਚੋਂ ਸੁੱਖ ਨਹੀਂ ਮਿਲਿਆ ਹੈ। ਅਤੇ ਧਾਰਮਿਕ ਲੋਕ ਕਹਿੰਦੇ ਹਨ ਵੀ ਧਾਰਮਿਕ ਸਥਾਨਾਂ 'ਤੇ ਆ ਜੋ ਗੁਰੂ ਕੋਲੋਂ ਸੁੱਖ ਮਿਲੂਗਾ। ਨਾਮ ਵਿੱਚ ਸੁੱਖ ਹੈ, ਨਾਮ ਜਪੋ। ਸੇਵਾ ਵਿੱਚ ਸੁੱਖ ਹੈ, ਸੇਵਾ ਕਰੋ। ਪਰ ਉਹ ਸਭ ਕੁਛ ਕਰਦੇ ਹਨ ਸੁੱਖ ਦੀ ਵਾਸ਼ਨਾ ਕਰਕੇ। ਸੁੱਖ ਦੀ ਵਾਸ਼ਨਾ ਹੀ ਝੂਠ ਹੈ, ਅਤੇ ਝੂਠ ਦੇ ਵਿੱਚ ਹੀ ਫਸਾ ਰੱਖਦੀ ਹੈ। ਦਰਅਸਲ ਆਦਮੀ ਚਾਹੁੰਦਾ ਹੈ ਮੈਂ ਸੁੱਖ ਪੂਰਵਕ ਜੀਵਨ ਜੀਵਾਂ ਸੰਸਾਰ ਵਿੱਚ, ਨਿਸ਼ਚਿੰਤਤਾ ਦੇ ਨਾਲ, ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਅਤੇ ਧਾਰਮਿਕ ਲੋਕ ਕਹਿ ਦਿੰਦੇ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ ਗੁਰੂ, ਇੱਛਾ ਪੂਰਕ ਸਰਵ ਸੁਖ ਦਾਤਾ। ਅਤੇ ਇੱਛਾ ਕਰਕੇ ਬਾਹਰ ਤੀਰਥਾਂ 'ਤੇ ਭਟਕਦੇ ਹਨ ਲੋਕ।